ਮੈਂ ਇੱਕ ਦਰਜੀ ਸੀ, ਪਰ ਮੇਰਾ ਕੰਮ ਬਿਲਕੁਲ ਵੀ ਨਹੀਂ ਚੱਲਦਾ ਸੀ। ਇੱਕ ਹਫ਼ਤੇ ਵਿੱਚ ਬਸ 1-2 ਜੋੜੇ ਹੀ ਸਿਉਣ ਲਈ ਆਉਂਦੇ ਸਨ। ਮੈਂ ਇਹਨਾਂ ਹਾਲਾਤਾਂ ਤੋਂ ਤੰਗ ਆ ਚੁੱਕਿਆ ਸੀ। ਇਸ ਲਈ ਮੈਂ ਇੱਕ ਤਰਕੀਬ ਸੋਚੀ ਅਤੇ ਬਾਜ਼ਾਰ ਜਾ ਕੇ ਤਰ੍ਹਾਂ ਦੀ ਕੁਆਲਿਟੀ ਦੇ ਕੱਪੜੇ ਲੈ ਆਇਆ ਅਤੇ ਖੂਬਸੂਰਤ ਲਹਿੰਗੇ ਸਿਉਂ ਕੇ ਹਰ ਜਗ੍ਹਾ ਇਸ਼ਤਿਹਾਰ ਲਗਾ ਦਿੱਤੇ। ਪਰ ਪੂਰਾ ਮਹੀਨਾ ਲੰਘ ਗਿਆ। ਗ੍ਰਾਹਕ ਤਾਂ ਕੀ, ਮਰੀ ਹੋਈ ਮੱਖੀ ਵੀ ਮੇਰੀ ਦੁਕਾਨ 'ਤੇ ਨਹੀਂ ਭਟਕੀ। ਇੱਕ ਦਿਨ ਮੈਂ ਬਹੁਤ ਉਦਾਸ ਹੋਇਆ। ਦੁਕਾਨ 'ਤੇ ਬੈਠਾ ਸੀ ਜਦੋਂ ਮੇਰੀ ਪਾਗਲ ਭੈਣ ਮੇਰੀ ਦੁਕਾਨ 'ਤੇ ਆ ਗਈ ਅਤੇ ਇੱਕ ਸੁਰਖ ਲਾਲ ਰੰਗ ਦੇ ਲਹਿੰਗੇ 'ਤੇ ਹੱਥ ਰੱਖ ਕੇ ਬੋਲੀ, ਵੀਰ ਜੀ, ਕੀ ਮੈਂ ਇਸ ਲਹਿੰਗੇ ਨੂੰ ਪਾ ਕੇ ਦੁਲਹਨ ਬਣ ਜਾਵਾਂ? ਮੈਨੂੰ ਉਸ 'ਤੇ ਤਰਸ ਆ ਗਿਆ ਅਤੇ ਮੈਂ ਸੋਚਿਆ ਕਿ ਇਹ ਲਹਿੰਗੇ ਉਂਝ ਵੀ ਦੁਕਾਨ ਵਿੱਚ ਲਟਕੇ ਹੋਏ ਖਰਾਬ ਹੋ ਰਹੇ ਹਨ। ਕਿਉਂ ਨਾ ਮੇਰੀ ਭੈਣ ਇਹਨਾਂ ਨੂੰ ਪਾ ਕੇ ਕੁਝ ਦੇਰ ਲਈ ਖੁਸ਼ ਹੋ ਜਾਵੇ। ਮੇਰੀ ਇਜਾਜ਼ਤ ਮਿਲਣ 'ਤੇ ਉਹ ਬਹੁਤ ਖੁਸ਼ ਹੋਈ ਅਤੇ ਲਹਿੰਗਾ ਲੈ ਕੇ ਘਰ ਆ ਗਈ। ਹਾਲੇ 2 ਘੰਟੇ ਹੀ ਹੋਏ ਸਨ ਕਿ ਮੇਰੀ ਭੈਣ ਉਹ ਲਹਿੰਗਾ ਲੈ ਕੇ ਵਾਪਸ ਆ ਗਈ ਅਤੇ ਮੈਨੂੰ ਦੇ ਦਿੱਤਾ। ਮੈਂ ਉਸ ਨੂੰ ਫੜ ਕੇ ਇੱਕ ਪਾਸੇ ਰੱਖ ਦਿੱਤਾ। ਪਰ ਅਗਲੇ ਹੀ ਦਿਨ ਮੇਰੀ ਦੁਕਾਨ 'ਤੇ 3 ਗ੍ਰਾਹਕ ਆ ਗਏ। ਹੈਰਾਨੀ ਤਾਂ ਇਸ ਗੱਲ ਦੀ ਸੀ ਕਿ ਉਹ ਡਿਸਪਲੇ ਵਿੱਚ ਲੱਗੇ ਸੋਹਣੇ ਪ੍ਰੈਸ ਕੀਤੇ ਹੋਏ ਲਹਿੰਗਿਆਂ ਨੂੰ ਛੱਡ ਕੇ ਉਹੀ ਸੁਰਖ ਲਾਲ ਰੰਗ ਦਾ ਲਹਿੰਗਾ ਮੰਗ ਰਹੇ ਸਨ ਜੋ ਕੱਲ੍ਹ ਮੇਰੀ ਭੈਣ ਲੈ ਕੇ ਗਈ ਸੀ ਅਤੇ ਮੈਂ ਉਸ ਨੂੰ ਇਸ ਤਰ੍ਹਾਂ ਹੀ ਇੱਕ ਪਾਸੇ ਰੱਖ ਦਿੱਤਾ ਸੀ। ਮੈਂ ਬਹੁਤ ਹੈਰਾਨ ਹੋਇਆ, ਪਰ ਉਹਨਾਂ ਦੇ ਜ਼ਿਆਦਾ ਜਿੱਦ ਕਰਨ 'ਤੇ ਮੈਂ ਉਹ ਲਹਿੰਗਾ ਚੰਗੇ ਭਾਅ ਵਿੱਚ ਉਹਨਾਂ ਨੂੰ ਵੇਚ ਦਿੱਤਾ। ਫਿਰ ਤਾਂ ਇਹ ਸਿਲਸਿਲਾ ਚੱਲਦਾ ਹੀ ਰਿਹਾ। ਹਰ ਰੋਜ਼ ਮੇਰੀ ਭੈਣ ਮੇਰੀ ਦੁਕਾਨ 'ਤੇ ਆਉਂਦੀ ਅਤੇ ਇੱਕ ਲਹਿੰਗੇ 'ਤੇ ਉਂਗਲੀ ਰੱਖ ਦਿੰਦੀ। ਮੈਂ ਉਸ ਨੂੰ ਚੁੱਕ ਕੇ ਉਹ ਲਹਿੰਗਾ ਦੇ ਦਿੰਦਾ ਅਤੇ ਅਗਲੇ ਹੀ ਦਿਨ ਉਹ ਮਹਿੰਗੇ ਭਾਅ ਵਿੱਚ ਵਿਕ ਜਾਂਦਾ। ਮੈਨੂੰ ਲੱਗਣ ਲੱਗਿਆ ਸੀ ਕਿ ਮੇਰੀ ਭੈਣ ਬਹੁਤ ਕਿਸਮਤ ਵਾਲੀ ਹੈ। ਪਰ ਮੈਨੂੰ ਉਦੋਂ ਬਹੁਤ ਵੱਡਾ ਝਟਕਾ ਲੱਗਿਆ ਜਦੋਂ ਇੱਕ ਗ੍ਰਾਹਕ ਨੇ ਮੇਰੀ ਭੈਣ ਦਾ ਪਾਇਆ ਹੋਇਆ ਲਹਿੰਗਾ ਚੁੱਕਿਆ ਅਤੇ ਮੈਨੂੰ ਉਸ ਉੱਪਰ ਲੱਗੀ ਹੋਈ ਇੱਕ ਅਜੀਬ ਜਿਹੀ ਚੀਜ਼ ਦਿਖਾਈ। ਫਿਰ ਉਸਨੇ ਪ੍ਰੈਸ ਕਰਕੇ ਇਸ ਲਹਿੰਗੇ ਨੂੰ ਪੈਕ ਕਰਨ ਲਈ ਕਿਹਾ। ਉਹ ਅਜੀਬ ਜਿਹੀ ਚੀਜ਼ ਨੂੰ ਦੇਖ ਕੇ ਮੈਂ ਹੈਰਾਨ ਸੀ। ਉਸ ਨੂੰ ਦੇਖ ਕੇ ਮੈਨੂੰ ਇੰਜ ਲੱਗਿਆ ਜਿਵੇਂ ਮੇਰੇ ਸਿਰ 'ਤੇ ਕੋਈ ਪਹਾੜ ਡਿੱਗ ਗਿਆ ਹੋਵੇ। ਗੱਲ ਉਸ ਸਮੇਂ ਦੀ ਹੈ ਜਦੋਂ ਮੇਰਾ ਪੂਰਾ ਪਰਿਵਾਰ ਲੁਧਿਆਣਾ ਸ਼ਹਿਰ ਦੀ ਇੱਕ ਛੋਟੀ ਜਿਹੀ ਕਲੋਨੀ ਵਿੱਚ ਰਹਿੰਦਾ ਸੀ। ਘਰ ਦੇ ਹਾਲਾਤ ਚੰਗੇ ਨਹੀਂ ਸਨ ਕਿਉਂਕਿ ਮੇਰੇ ਪਾਪਾ ਇੱਕ ਦਰਜੀ ਸਨ। ਉਹਨਾਂ ਦੀ ਪੁਰਾਣੇ ਜਿਹੇ ਮੁਹੱਲੇ ਵਿੱਚ ਇੱਕ ਟੁੱਟੀ ਫੁੱਟੀ ਦੁਕਾਨ ਸੀ। ਪਹਿਲਾਂ ਤਾਂ ਸਾਡੇ ਮੁਹੱਲੇ ਦੀਆਂ ਸਾਰੀਆਂ ਔਰਤਾਂ ਪਾਪਾ ਤੋਂ ਹੀ ਕੱਪੜੇ ਸਵਾਉਂਦੀਆਂ ਸਨ। ਫਿਰ ਜਦੋਂ ਨਵੇਂ ਫੈਸ਼ਨ ਅਤੇ ਡਿਜ਼ਾਈਨ ਆਉਣ ਲੱਗੇ ਤਾਂ ਪਾਪਾ ਦੇ ਹੱਥ ਕੰਬ ਜਾਂਦੇ ਕਿਉਂਕਿ ਉਹ ਤਾਂ ਇੱਕ ਪੁਰਾਣੇ ਦਰਜੀ ਸਨ। ਸਾਡੇ ਘਰ ਵਿੱਚ ਕਮਾਉਣ ਵਾਲਾ 1 ਅਤੇ ਖਾਣ ਵਾਲੇ 4 ਸਨ। ਮੇਰੀ ਭੈਣ ਵੀ ਆਪਣੇ ਸਕੂਲ ਦੀਆਂ ਚੀਜ਼ਾਂ ਲਈ ਹਰ ਵੇਲੇ ਪੈਸੇ ਮੰਗਦੀ ਰਹਿੰਦੀ ਸੀ। ਪਾਪਾ ਉਸ ਦੀ ਪੜ੍ਹਾਈ ਕਰਕੇ ਵੀ ਬਹੁਤ ਪਰੇਸ਼ਾਨ ਸਨ। ਉਹਨਾਂ ਨੇ ਦੱਬੇ ਸ਼ਬਦਾਂ ਵਿੱਚ ਕਈ ਵਾਰ ਮੰਮੀ ਨੂੰ ਕਿਹਾ ਸੀ ਕਿ ਉਹ ਪਿੰਕੀ ਦਾ ਖਰਚਾ ਬਰਦਾਸ਼ਤ ਨਹੀਂ ਕਰ ਸਕਦੇ, ਹੁਣ ਉਸ ਨੂੰ ਘਰ ਦੇ ਕੰਮ ਸਿਖਾ। ਪਰ ਮੰਮੀ ਭੜਕ ਜਾਂਦੀ ਸੀ। ਉਹ ਕਹਿੰਦੀ ਸੀ ਕਿ ਮੈਂ ਆਪਣੇ ਦੋਵੇਂ ਬੱਚਿਆਂ ਨੂੰ ਪੜ੍ਹਾ ਕੇ ਕਿਸੇ ਚੰਗੇ ਅਹੁਦੇ 'ਤੇ ਨੌਕਰੀ ਕਰਦੇ ਦੇਖਣਾ ਚਾਹੁੰਦੀ ਹਾਂ। ਪਿੰਕੀ ਹਰ ਰੋਜ਼ ਪਾਪਾ ਤੋਂ ਬਹੁਤ ਸਾਰੇ ਪੈਸੇ ਲੈ ਜਾਂਦੀ ਸੀ, ਪਰ ਮੈਂ ਉਸ ਕੋਲ ਕਦੇ ਵੀ ਪੂਰੀਆਂ ਕਾਪੀਆਂ ਕਿਤਾਬਾਂ ਨਹੀਂ ਦੇਖੀਆਂ ਸਨ। ਪਤਾ ਨਹੀਂ ਉਹ ਇੰਨੇ ਪੈਸੇ ਕਿੱਥੇ ਖਰਚ ਕਰਦੀ ਸੀ। ਫਿਰ ਪਾਪਾ ਦੀ ਨਜ਼ਰ ਵੀ ਘੱਟ ਹੋਣ ਲੱਗੀ ਸੀ। ਇਹ ਹਾਲਤ ਦੇਖ ਕੇ ਮੈਂ 8ਵੀਂ ਕਲਾਸ ਤੋਂ ਬਾਅਦ ਹੀ ਆਪਣੀ ਪੜ੍ਹਾਈ ਛੱਡ ਦਿੱਤੀ। ਪਰ ਘਰ ਵਿੱਚ ਇਸ ਗੱਲ ਦਾ ਜ਼ਿਕਰ ਕਿਸੇ ਨਾਲ ਨਹੀਂ ਕੀਤਾ ਕਿਉਂਕਿ ਮੈਂ ਹਰ ਰੋਜ਼ ਸਕੂਲ ਟਾਈਮ 'ਤੇ ਹੀ ਘਰ ਵਿੱਚੋਂ ਨਿਕਲ ਜਾਂਦਾ ਸੀ ਅਤੇ ਇੱਕ ਸਿਲਾਈ ਸੈਂਟਰ ਵਿੱਚ ਜਾ ਕੇ ਸਿਲਾਈ ਸਿੱਖਣ ਲੱਗ ਗਿਆ ਸੀ। ਮੈਂ 1 ਸਾਲ ਦਾ ਕੋਰਸ ਕੀਤਾ ਸੀ। ਹੁਣ ਤਾਂ ਇੰਨਾ ਮਾਹਰ ਹੋ ਚੁੱਕਿਆ ਸੀ ਕਿ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਬਣਾ ਸਕਦਾ ਸੀ। ਮੈਂ ਜਦੋਂ ਘਰ ਆ ਕੇ ਖਬਰ ਸੁਣਾਈ ਤਾਂ ਪਾਪਾ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਅਤੇ ਉਹ ਕਹਿਣ ਲੱਗੇ, ਬੇਟੇ, ਇਹ ਤਾਂ ਤੂੰ ਘਾਟੇ ਦਾ ਸੌਦਾ ਕਰ ਲਿਆ। ਮੈਂ ਤਾਂ ਤੈਨੂੰ ਪੜ੍ਹਾ ਲਿਖਾ ਕੇ ਅਫਸਰ ਬਣਾਉਣਾ ਚਾਹੁੰਦਾ ਸੀ, ਪਰ ਹੁਣ ਤੂੰ ਜੋ ਕੁਝ ਵੀ ਕਰ ਲਿਆ ਹੈ ਠੀਕ ਹੈ। ਮੈਂ ਬਸ ਤੈਨੂੰ ਆਸ਼ੀਰਵਾਦ ਹੀ ਦੇ ਸਕਦਾ ਹਾਂ ਅਤੇ ਇਹ ਦੁਕਾਨ ਹੁਣ ਤੂੰ ਹੀ ਸੰਭਾਲ। ਮੈਂ ਖੁਸ਼ੀ-ਖੁਸ਼ੀ ਉਹ ਦੁਕਾਨ ਸੰਭਾਲ ਲਈ, ਪਰ ਘਰ ਦੇ ਹਾਲਾਤ ਬਦਲਣ ਦੀ ਬਜਾਏ ਹੋਰ ਜ਼ਿਆਦਾ ਖਰਾਬ ਹੋ ਗਏ। ਜੋ ਗ੍ਰਾਹਕ ਇੱਕ ਅੱਧਾ ਜੋੜਾ ਸਿਉਣ ਲਈ ਪਾਪਾ ਨੂੰ ਦੇ ਜਾਂਦੇ ਸਨ, ਹੁਣ ਉਹ ਇੱਕ ਛੋਟੇ ਬੱਚੇ ਨੂੰ ਦੁਕਾਨ 'ਤੇ ਬੈਠਾ ਦੇਖ ਕੇ ਆਪਣੀ ਰਾਏ ਬਦਲਣ ਲੱਗੇ। ਹਾਲਾਂਕਿ ਮੈਂ ਉਹਨਾਂ ਦੀ ਖੁਸ਼ਾਮਦ ਕਰਦਾ ਰਹਿ ਜਾਂਦਾ, ਪਰ ਇਸ ਨਾਲ ਵੀ ਕੋਈ ਫਰਕ ਨਾ ਪਿਆ। ਘਰ ਦੇ ਬੁਰੇ ਹਾਲਾਤ ਦੇਖ ਕੇ ਮੰਮੀ ਵੀ ਲੋਕਾਂ ਦੇ ਘਰਾਂ ਵਿੱਚ ਜਾ ਕੇ ਕੰਮ ਕਰਨ ਲੱਗੀ ਅਤੇ ਮੇਰੀ ਵੱਡੀ ਭੈਣ ਪਿੰਕੀ ਨੂੰ ਪੜ੍ਹਾਉਣ ਲੱਗੀ। ਮੰਮੀ ਕਹਿੰਦੀ ਕਿ ਮੈਂ ਪਿੰਕੀ ਨੂੰ ਪੜ੍ਹਾ ਲਿਖਾ ਕੇ ਅਫਸਰ ਬਣਾਵਾਂਗੀ। ਪਿੰਕੀ ਵੀ ਅਜੀਬ ਸੀ। ਉਹ ਸਕੂਲ ਤੋਂ ਜਦੋਂ ਵੀ ਘਰ ਆਉਂਦੀ ਤਾਂ ਬਹੁਤ ਥੱਕੀ ਹੋਈ ਹੁੰਦੀ ਅਤੇ ਆਉਂਦੇ ਹੀ ਆਪਣੇ ਕਮਰੇ ਵਿੱਚ ਚਲੀ ਜਾਂਦੀ ਅਤੇ ਹਨੇਰਾ ਕਰਕੇ ਘੰਟਿਆਂ ਤੱਕ ਕਮਰੇ ਵਿੱਚ ਹੀ ਲੇਟੀ ਰਹਿੰਦੀ।
ਜਦੋਂ ਕਮਰੇ ਤੋਂ ਬਾਹਰ ਆਉਂਦੀ ਤਾਂ ਆਪਣੀਆਂ ਕਿਤਾਬਾਂ ਲੈ ਕੇ ਛੱਤ ਤੇ ਚਲੀ ਜਾਂਦੀ ਅਤੇ ਸਾਰਾ ਦਿਨ ਇਕੱਲੀ ਬੈਠੀ ਪੜ੍ਹਦੀ ਰਹਿੰਦੀ। ਪਰ ਜੇਕਰ ਕੋਈ ਉਸਦੇ ਕੋਲ ਜਾ ਕੇ ਬੈਠ ਜਾਂਦਾ ਤਾਂ ਉਹ ਘਬਰਾ ਜਾਂਦੀ ਅਤੇ ਉੱਠ ਕੇ ਇੱਧਰ ਉੱਧਰ ਘੁੰਮਣ ਲੱਗ ਜਾਂਦੀ। ਮੈਨੂੰ ਉਸਦੀਆਂ ਹਰਕਤਾਂ ਬਹੁਤ ਅਜੀਬ ਲੱਗਦੀਆਂ ਸਨ, ਇਸ ਲਈ ਮੈਂ ਮੰਮੀ ਨੂੰ ਕਿਹਾ ਕਿ ਤੁਸੀਂ ਪਿੰਕੀ ਦਾ ਧਿਆਨ ਰੱਖਿਆ ਕਰੋ, ਉਹ ਅਜੀਬ ਜਿਹੀ ਹੁੰਦੀ ਜਾ ਰਹੀ ਹੈ। ਪਰ ਮੰਮੀ ਤਾਂ ਆਪਣੀ ਬੇਟੀ ਦੇ ਬਾਰੇ ਵਿੱਚ ਇੱਕ ਸ਼ਬਦ ਵੀ ਸੁਣਨਾ ਨਹੀਂ ਚਾਹੁੰਦੀ ਸੀ। ਉਹ ਤੁਰੰਤ ਮੈਨੂੰ ਝਿੜਕ ਦਿੰਦੀ ਅਤੇ ਕਹਿੰਦੀ, ਤੂੰ ਆਪਣੇ ਕੰਮ ਤੋਂ ਕੰਮ ਰੱਖ, ਮੇਰੇ ਲਈ ਇੰਨਾ ਹੀ ਬਹੁਤ ਹੈ ਕਿ ਮੇਰੀ ਬੇਟੀ ਮੇਰਾ ਮਾਣ ਰੱਖ ਰਹੀ ਹੈ, ਉਸਨੇ ਆਪਣੀ ਪੜ੍ਹਾਈ ਜਾਰੀ ਰੱਖੀ ਹੋਈ ਹੈ। ਉਹ ਘੱਟ ਤੋਂ ਘੱਟ ਤੇਰੇ ਵਰਗੀ ਤਾਂ ਨਹੀਂ ਜੋ ਪੜ੍ਹਾਈ ਨੂੰ ਛੱਡ ਕੇ ਦੁਕਾਨ ਤੇ ਜਾ ਬੈਠਿਆ। ਮੈਂ ਇਹ ਗੱਲ ਸੁਣ ਕੇ ਚੁੱਪ ਕਰ ਜਾਂਦਾ, ਕਿਉਂਕਿ ਮੰਮੀ ਦੀ ਗੱਲ ਵੀ ਠੀਕ ਸੀ। ਮੈਂ ਸਾਰਾ ਦਿਨ ਦੁਕਾਨ ਤੇ ਬੈਠਾ ਆਪਣੇ ਆਪ ਨੂੰ ਕੋਸਦਾ ਰਹਿੰਦਾ ਕਿ ਮੈਂ ਆਪਣੀ ਪੜ੍ਹਾਈ ਅਧੂਰੀ ਕਿਉਂ ਛੱਡ ਦਿੱਤੀ। ਹਫ਼ਤੇ ਵਿੱਚ ਇੱਕ ਅੱਧਾ ਜੋੜਾ ਜੋ ਮੈਂ ਸਿਉਂਦਾ ਸੀ ਤਾਂ ਉਹਨਾਂ ਪੈਸਿਆਂ ਨਾਲ ਘਰ ਵਿੱਚ ਕਦੇ ਸਬਜ਼ੀ ਲੈ ਆਉਂਦਾ ਜਾਂ ਕਦੇ ਕੁਝ ਪੈਸੇ ਮੰਮੀ ਨੂੰ ਦੇ ਦਿੰਦਾ। ਮੇਰੀ ਭੈਣ ਮੇਰੇ ਤੋਂ 2 ਸਾਲ ਵੱਡੀ ਸੀ। ਉਹ ਬਹੁਤ ਸਮਝਦਾਰ ਅਤੇ ਹੁਸ਼ਿਆਰ ਸੀ। ਉਹ ਪੜ੍ਹਾਈ ਵਿੱਚ ਵੀ ਚੰਗੀ ਸੀ। ਉਹ ਹਰ ਕਲਾਸ ਵਿੱਚੋਂ ਚੰਗੇ ਨੰਬਰ ਲੈ ਕੇ ਪਾਸ ਹੁੰਦੀ ਸੀ, ਇਸ ਲਈ ਉਸਨੂੰ ਹਰ ਸਾਲ ਸਕੂਲ ਵਿੱਚੋਂ ਇਨਾਮ ਦੇ ਤੌਰ ਤੇ ਕੁਝ ਪੈਸੇ ਮਿਲ ਜਾਂਦੇ ਸਨ। ਪਰ ਫਿਰ ਵੀ ਉਹ ਘਰ ਵਾਲਿਆਂ ਤੋਂ ਪੈਸੇ ਮੰਗਦੀ ਰਹਿੰਦੀ ਸੀ। ਉਹ ਇਹ ਵੀ ਨਹੀਂ ਸੋਚਦੀ ਸੀ ਕਿ ਗਰੀਬ ਮਾਂ-ਬਾਪ ਇੰਨੇ ਪੈਸੇ ਕਿੱਥੋਂ ਲਿਆਉਣਗੇ। ਖੈਰ, ਹੁਣ ਉਹ ਕਾਲਜ ਵਿੱਚ ਪਹੁੰਚ ਚੁੱਕੀ ਸੀ, ਜਦੋਂ ਕਿ ਮੈਂ ਹਾਲੇ ਤੱਕ ਇੱਕ ਨਾਕਾਮ ਦਰਜੀ ਸੀ। ਮੈਂ ਰੱਬ ਨੂੰ ਬਹੁਤ ਅਰਦਾਸਾਂ ਕਰਦਾ ਕਿ ਮੇਰੀ ਭੈਣ ਕਾਮਯਾਬ ਹੋ ਜਾਵੇ ਤਾਂ ਜੋ ਉਹ ਮੇਰੇ ਗਰੀਬ ਮਾਂ-ਬਾਪ ਦੀ ਕਿਸਮਤ ਬਦਲ ਸਕੇ। ਪਰ ਸਾਡੀ ਬਦਕਿਸਮਤੀ ਨਾਲ ਜਦੋਂ ਇੱਕ ਦਿਨ ਪਿੰਕੀ ਛੱਤ ਤੇ ਪੜ੍ਹਾਈ ਕਰਨ ਜਾ ਰਹੀ ਸੀ ਤਾਂ ਉਸਦਾ ਪੈਰ ਫਿਸਲ ਗਿਆ ਅਤੇ ਉਹ ਸਿਰ ਦੇ ਭਾਰ ਪੌੜੀਆਂ ਤੋਂ ਨੀਚੇ ਡਿੱਗ ਗਈ। ਉਸਦੇ ਸਿਰ ਵਿੱਚ ਡੂੰਘੀ ਸੱਟ ਲੱਗੀ। ਉਸਨੂੰ ਹਸਪਤਾਲ ਲੈ ਕੇ ਗਏ ਤਾਂ ਡਾਕਟਰ ਨੇ ਕਿਹਾ, ਰੱਬ ਅੱਗੇ ਦੁਆ ਕਰੋ। ਸਾਡਾ ਸਭ ਦਾ ਰੋ ਰੋ ਕੇ ਬੁਰਾ ਹਾਲ ਸੀ। ਮੇਰੀ ਭੈਣ ਹੀ ਸਾਡਾ ਸਹਾਰਾ ਸੀ। ਹੁਣ ਸਾਡੀਆਂ ਆਸਾਂ ਉਮੀਦਾਂ ਸਿਰਫ ਉਸ ਨਾਲ ਹੀ ਜੁੜੀਆਂ ਹੋਈਆਂ ਸਨ। ਡਾਕਟਰ ਨੇ ਸਾਨੂੰ ਦੱਸਿਆ ਕਿ ਪਿੰਕੀ ਕੋਮਾ ਵਿੱਚ ਚਲੀ ਗਈ ਹੈ। ਹੁਣ ਜਾਂ ਤਾਂ ਉਹ ਹੋਸ਼ ਵਿੱਚ ਆਏਗੀ ਜਾਂ ਫਿਰ ਇਹ ਦੁਨੀਆ ਹੀ ਛੱਡ ਦੇਵੇਗੀ। ਡਾਕਟਰ ਦੀ ਗੱਲ ਸੁਣ ਕੇ ਮੇਰੀ ਮੰਮੀ ਉੱਥੇ ਹੀ ਬੇਹੋਸ਼ ਹੋ ਕੇ ਗਿਰ ਗਈ, ਜਦੋਂ ਕਿ ਪਾਪਾ ਦਾ ਵੀ ਰੋ ਰੋ ਕੇ ਬੁਰਾ ਹਾਲ ਸੀ। ਪਿੰਕੀ 2 ਦਿਨ ਤੱਕ ਕੋਮਾ ਵਿੱਚ ਰਹੀ। ਤੀਜੇ ਦਿਨ ਜਦੋਂ ਮੈਂ ਉਸਨੂੰ ਦੇਖਣ ਕਮਰੇ ਵਿੱਚ ਗਿਆ ਤਾਂ ਇੱਕ ਨਰਸ ਜੋ ਕਿ ਪਿੰਕੀ ਦਾ ਖਿਆਲ ਰੱਖਦੀ ਸੀ, ਮੈਨੂੰ ਦੇਖ ਕੇ ਘਬਰਾ ਗਈ। ਜਦੋਂ ਮੈਂ ਉਸਨੂੰ ਇਸ ਦਾ ਕਾਰਨ ਪੁੱਛਿਆ ਤਾਂ ਉਹ ਕੁਝ ਵੀ ਕਹੇ ਬਿਨਾਂ ਕਮਰੇ ਵਿੱਚੋਂ ਭੱਜਦੀ ਹੋਈ ਨਿਕਲ ਗਈ। ਉਸੇ ਵੇਲੇ ਮੇਰੀ ਨਜ਼ਰ ਪਿੰਕੀ ਦੇ ਹੱਥਾਂ ਤੇ ਪਈ। ਉਸਨੇ ਬੰਦ ਮੁੱਠੀ ਵਿੱਚ ਕੁਝ ਫੜਿਆ ਹੋਇਆ ਸੀ। ਮੈਂ ਇੱਕਦਮ ਪਰੇਸ਼ਾਨ ਹੋ ਗਿਆ ਅਤੇ ਫਟਾਫਟ ਉਸਦੀ ਮੁੱਠੀ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਪਰ ਅਚਾਨਕ ਹੀ ਪਿੰਕੀ ਦੀ ਤਬੀਅਤ ਵਿਗੜ ਗਈ ਅਤੇ ਉਹ ਲੰਮੇ ਸਾਹ ਲੈਣ ਲੱਗੀ। ਮੈਂ ਘਬਰਾ ਗਿਆ ਅਤੇ ਭੱਜਦਾ ਹੋਇਆ ਡਾਕਟਰ ਕੋਲ ਗਿਆ ਤਾਂ ਉਹਨਾਂ ਨੇ ਮੇਰੀ ਭੈਣ ਦਾ ਇਲਾਜ ਸ਼ੁਰੂ ਕਰ ਦਿੱਤਾ ਅਤੇ ਮੈਨੂੰ ਕਮਰੇ ਵਿੱਚੋਂ ਬਾਹਰ ਭੇਜ ਦਿੱਤਾ। ਅੱਧੇ ਘੰਟੇ ਬਾਅਦ ਇੱਕ ਨਰਸ ਮੇਰੇ ਕੋਲ ਆਈ ਅਤੇ ਕਹਿਣ ਲੱਗੀ, ਬਹੁਤ ਵਧਾਈ ਹੋਵੇ, ਤੁਹਾਡੀ ਭੈਣ ਦੀ ਜਾਨ ਬਚ ਗਈ ਹੈ। ਪਰ ਅਫਸੋਸ ਦੀ ਗੱਲ ਇਹ ਹੈ ਕਿ ਉਹ ਆਪਣਾ ਮਾਨਸਿਕ ਸੰਤੁਲਨ ਖੋ ਚੁੱਕੀ ਹੈ। ਮੇਰੀ ਭੈਣ ਨੂੰ ਹੋਸ਼ ਤਾਂ ਆ ਗਿਆ ਸੀ, ਪਰ ਉਹ ਪਾਗਲ ਹੋ ਚੁੱਕੀ ਸੀ। ਸਾਨੂੰ ਸਮਝ ਹੀ ਨਹੀਂ ਆ ਰਿਹਾ ਸੀ ਕਿ ਅਸੀਂ ਉਸਦੀ ਜਾਨ ਬਚਣ ਦੀ ਖੁਸ਼ੀ ਮਨਾਈਏ ਜਾਂ ਫਿਰ ਉਸਦੇ ਪਾਗਲ ਹੋਣ ਦਾ ਦੁੱਖ। ਉਹ ਅਜੀਬ ਹਰਕਤਾਂ ਕਰਨ ਲੱਗੀ ਸੀ, ਕਦੇ ਰੋਣ ਲੱਗ ਜਾਂਦੀ ਤਾਂ ਕਦੇ ਹੱਸਣ ਲੱਗਦੀ। ਪਿੰਕੀ ਦੀ ਇਹ ਹਾਲਤ ਦੇਖ ਕੇ ਮੇਰੇ ਮੰਮੀ ਪਾਪਾ ਦਾ ਵੀ ਬੁਰਾ ਹਾਲ ਸੀ। ਅਸੀਂ ਪਿੰਕੀ ਨੂੰ ਘਰ ਲੈ ਆਏ, ਪਰ ਉਸਦਾ ਡਾਕਟਰੀ ਇਲਾਜ ਹਲੇ ਵੀ ਚੱਲ ਰਿਹਾ ਸੀ। ਮੰਮੀ ਨੇ ਵੀ ਕੰਮ ਛੱਡ ਦਿੱਤਾ ਅਤੇ ਹੁਣ ਉਹ ਮੇਰੀ ਭੈਣ ਦੀ ਹੀ ਦੇਖਭਾਲ ਕਰਨ ਲੱਗੀ ਸੀ, ਜਦੋਂ ਕਿ ਮੈਂ ਬਹੁਤ ਪਰੇਸ਼ਾਨ ਸੀ ਕਿ ਘਰ ਕਿਵੇਂ ਚੱਲੇਗਾ। ਇੱਕ ਦਿਨ ਮੈਂ ਇਸੇ ਤਰ੍ਹਾਂ ਹੀ ਉਦਾਸ ਹੋਇਆ ਬੈਠਾ ਸੀ ਤਾਂ ਮੇਰੇ ਦਿਮਾਗ ਵਿੱਚ ਇੱਕ ਖਿਆਲ ਆਇਆ। ਮੈਂ ਕਿਸੇ ਤੋਂ ਪੈਸੇ ਉਧਾਰ ਲਏ ਅਤੇ ਵੱਡੀ ਮਾਰਕੀਟ ਵਿੱਚ ਚਲਾ ਗਿਆ। ਮੈਂ ਉੱਥੋਂ ਹਰ ਤਰ੍ਹਾਂ ਦਾ ਕੱਪੜਾ ਖਰੀਦਿਆ, ਬਨਾਰਸੀ, ਸਿਲਕ, ਰੇਸ਼ਮ, ਕੁਝ ਵੀ ਨਹੀਂ ਛੱਡਿਆ। ਮੈਂ ਬਹੁਤ ਖੁਸ਼ ਸੀ। ਮੈਂ ਦੁਕਾਨ ਤੇ ਆਉਂਦੇ ਹੀ ਪ੍ਰਮਾਤਮਾ ਦਾ ਨਾਮ ਲੈ ਕੇ ਕੰਮ ਸ਼ੁਰੂ ਕਰ ਦਿੱਤਾ। ਮੈਂ ਇੰਟਰਨੈਟ ਤੇ ਵਧੀਆ ਡਿਜ਼ਾਈਨਰ ਲਹਿੰਗੇ ਦੇਖੇ ਅਤੇ ਕਈ ਡਿਜ਼ਾਈਨ ਮਿਕਸ ਕਰਕੇ ਇੱਕ ਲਹਿੰਗਾ ਬਣਾਇਆ। ਆਪਣੇ ਬਣਾਏ ਹੋਏ ਡਿਜ਼ਾਈਨ ਦੇਖ ਕੇ ਮੈਂ ਆਪ ਹੈਰਾਨ ਰਹਿ ਜਾਂਦਾ ਅਤੇ ਰੱਬ ਦਾ ਧੰਨਵਾਦ ਕਰਦਾ ਕਿ ਉਸਨੇ ਮੈਨੂੰ ਇੰਨਾ ਵਧੀਆ ਹੁਨਰ ਦਿੱਤਾ ਹੈ। ਮੈਨੂੰ ਤਾਂ ਇੰਜ ਲੱਗਿਆ ਸੀ ਕਿ ਮੇਰੀ ਮਿਹਨਤ ਰੰਗ ਲਿਆਵੇਗੀ, ਮੈਂ ਰਾਤੋਂ ਰਾਤ ਅਮੀਰ ਹੋ ਜਾਵਾਂਗਾ। ਪਰ ਸਾਰਾ ਮਹੀਨਾ ਲੰਘ ਗਿਆ, ਇੱਕ ਲਹਿੰਗਾ ਵੀ ਨਹੀਂ ਵਿਕਿਆ। ਮੈਂ ਥਾਂ ਤੇ ਉਹਨਾਂ ਲਹਿੰਗਿਆਂ ਦੇ ਇਸ਼ਤਿਹਾਰ ਵੀ ਲਗਾ ਦਿੱਤੇ ਸਨ, ਪਰ ਇਸ ਨਾਲ ਵੀ ਕੋਈ ਫਰਕ ਨਾ ਪਿਆ।
ਹੁਣ ਮੈਂ ਬਿਲਕੁਲ ਹੀ ਉਮੀਦ ਗਵਾ ਬੈਠਾ ਸੀ। ਮੈਨੂੰ ਜ਼ਿੰਦਗੀ ਬੁਰੀ ਲੱਗਣ ਲੱਗੀ ਸੀ। ਫਿਰ ਇੱਕ ਦਿਨ ਮੇਰੀ ਭੈਣ ਮੇਰੀ ਦੁਕਾਨ ਤੇ ਆਈ ਅਤੇ ਉਹਨਾਂ ਲਹਿੰਗਿਆਂ ਨੂੰ ਲਲਚਾਈਆਂ ਨਜ਼ਰਾਂ ਨਾਲ ਦੇਖਣ ਲੱਗੀ ਅਤੇ ਕਹਿਣ ਲੱਗੀ, ਵੀਰ ਜੀ, ਆਹ ਲਹਿੰਗੇ ਤਾਂ ਦੁਲਹਨ ਪਾਉਂਦੀ ਹੈ ਨਾ। ਮੈਨੂੰ ਵੀ ਦੁਲਹਨ ਬਣਨ ਦਾ ਬਹੁਤ ਸ਼ੌਂਕ ਹੈ। ਕੀ ਇਹ ਲਾਲ ਰੰਗ ਦਾ ਲਹਿੰਗਾ ਮੈਂ ਪਾ ਲਵਾਂ? ਮੈਂ ਆਪਣੀ ਭੈਣ ਦੇ ਚਿਹਰੇ ਵੱਲ ਦੇਖਿਆ ਤਾਂ ਮੇਰਾ ਮਨ ਬਹੁਤ ਦੁਖੀ ਹੋਇਆ। ਮੇਰੀ ਭੈਣ ਬਹੁਤ ਸੋਹਣੀ ਸੀ, ਪਰ ਉਸ ਦੀ ਕਿਸਮਤ ਕਿੰਨੀ ਬੁਰੀ ਸੀ। ਮੈਂ ਉਸ ਨੂੰ ਉਹ ਸੁਰਖ ਲਾਲ ਰੰਗ ਦਾ ਲਹਿੰਗਾ ਦੇ ਦਿੱਤਾ। ਜਦੋਂ ਉਹ ਖੁਸ਼ੀ-ਖੁਸ਼ੀ ਉਹ ਲਹਿੰਗਾ ਆਪਣੇ ਨਾਲ ਲੈ ਕੇ ਘਰ ਜਾਣ ਲੱਗੀ ਤਾਂ ਮੈਂ ਉਸ ਦੇ ਹੱਥ ਵੱਲ ਦੇਖਿਆ। ਉਸ ਦੇ ਹੱਥ ਵਿੱਚ ਕੁਝ ਸੀ, ਪਰ ਕੀ ਸੀ ਇਹ ਮੈਨੂੰ ਪਤਾ ਨਹੀਂ ਚੱਲ ਸਕਿਆ। ਉਹ 2 ਘੰਟੇ ਬਾਅਦ ਮੈਨੂੰ ਲਹਿੰਗਾ ਵਾਪਸ ਦੇ ਗਈ। ਆਪਣੀ ਭੈਣ ਨੂੰ ਦੇਖ ਕੇ ਮੇਰਾ ਮਨ ਬਹੁਤ ਉਦਾਸ ਸੀ। ਉਸ ਦੀ ਲਹਿੰਗਾ ਪਾਉਣ ਦੀ ਉਮਰ ਵੀ ਹੋ ਚੁੱਕੀ ਸੀ, ਪਰ ਹੁਣ ਉਸ ਦਾ ਵਿਆਹ ਸ਼ਾਇਦ ਕਦੇ ਵੀ ਨਹੀਂ ਹੋਵੇਗਾ। ਅਗਲੇ ਹੀ ਦਿਨ ਮੇਰੀ ਦੁਕਾਨ ਤੇ 3 ਗ੍ਰਾਹਕ ਆ ਗਏ। ਮੈਨੂੰ ਬਹੁਤ ਖੁਸ਼ੀ ਹੋਈ। ਕਿੱਥੇ ਤਾਂ 3-3 ਦਿਨਾਂ ਵਿੱਚ ਇੱਕ ਗ੍ਰਾਹਕ ਵੀ ਨਹੀਂ ਆਉਂਦਾ ਸੀ ਅਤੇ ਕਿੱਥੇ ਅੱਜ ਤਿੰਨੋਂ ਗ੍ਰਾਹਕ ਇਕੱਠੇ ਖੜੇ ਸਨ। ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਉਹ ਤਿੰਨੋਂ ਗ੍ਰਾਹਕ ਮੇਰੇ ਤੋਂ ਇੱਕ ਹੀ ਲਹਿੰਗਾ ਮੰਗ ਰਹੇ ਸਨ। ਉਹ ਡਿਸਪਲੇ ਵਿੱਚ ਲੱਗੇ ਹੋਏ ਸੋਹਣੇ ਪ੍ਰੈਸ ਕੀਤੇ ਹੋਏ ਲਹਿੰਗੇ ਦੀ ਜਗ੍ਹਾ ਉਹੀ ਸੁਰਖ ਲਾਲ ਰੰਗ ਦਾ ਲਹਿੰਗਾ ਮੰਗ ਰਹੇ ਸਨ ਜੋ ਕੱਲ੍ਹ ਮੇਰੀ ਭੈਣ ਲੈ ਕੇ ਗਈ ਸੀ, ਅਤੇ ਮੈਂ ਉਸ ਨੂੰ ਇਸ ਤਰ੍ਹਾਂ ਹੀ ਇੱਕ ਪਾਸੇ ਰੱਖ ਦਿੱਤਾ ਸੀ। ਮੈਨੂੰ ਬਹੁਤ ਹੈਰਾਨੀ ਹੋਈ, ਪਰ ਉਹਨਾਂ ਦੇ ਜ਼ਿਆਦਾ ਜਿੱਦ ਕਰਨ ਤੇ ਮੈਂ ਉਹੀ ਸੁਰਖ ਲਾਲ ਰੰਗ ਦਾ ਲਹਿੰਗਾ ਮਹਿੰਗੇ ਭਾਅ ਵੇਚ ਦਿੱਤਾ। ਉਹ ਲਹਿੰਗਾ ਇੰਨਾ ਮਹਿੰਗਾ ਵਿਕਿਆ ਕਿ ਮੈਂ ਆਪਣਾ ਸਾਰਾ ਕਰਜ਼ ਉਤਾਰ ਦਿੱਤਾ ਸੀ ਅਤੇ ਘਰ ਲਈ ਵੀ ਰਾਸ਼ਨ ਲੈ ਗਿਆ ਸੀ। ਮੈਂ ਬਹੁਤ ਖੁਸ਼ ਸੀ। ਇਸ ਲਈ ਸਭ ਤੋਂ ਪਹਿਲਾਂ ਮੈਂ ਆਪਣੀ ਭੈਣ ਦੇ ਕਮਰੇ ਵਿੱਚ ਗਿਆ। ਮੈਂ ਉਸ ਦਾ ਧੰਨਵਾਦ ਕਰਨਾ ਚਾਹੁੰਦਾ ਸੀ। ਜਦੋਂ ਮੈਂ ਉਸ ਦੇ ਕਮਰੇ ਅੰਦਰ ਗਿਆ ਤਾਂ ਉਹ ਮੈਨੂੰ ਦੇਖ ਕੇ ਘਬਰਾ ਗਈ। ਉਸ ਨੂੰ ਇੰਨੀ ਘਬਰਾਈ ਹੋਈ ਦੇਖ ਕੇ ਮੈਨੂੰ ਸ਼ਰਮਿੰਦਗੀ ਮਹਿਸੂਸ ਹੋਈ। ਮੈਨੂੰ ਲੱਗਿਆ ਕਿ ਮੈਨੂੰ ਇਸ ਤਰ੍ਹਾਂ ਉਸ ਦੀ ਇਜਾਜ਼ਤ ਦੇ ਬਿਨਾਂ ਉਸ ਦੇ ਕਮਰੇ ਵਿੱਚ ਨਹੀਂ ਜਾਣਾ ਚਾਹੀਦਾ ਸੀ। ਅਗਲੇ ਦਿਨ ਪਿੰਕੀ ਫੇਰ ਮੇਰੀ ਦੁਕਾਨ ਤੇ ਆ ਗਈ ਅਤੇ ਇੱਕ ਹਰੇ ਰੰਗ ਦੇ ਲਹਿੰਗੇ ਤੇ ਹੱਥ ਰੱਖ ਕੇ ਬੋਲੀ, ਵੀਰ ਜੀ, ਅੱਜ ਮੈਂ ਇਹ ਲਹਿੰਗਾ ਪਾ ਲਵਾਂ? ਮੈਂ ਇੱਕ ਪਲ ਦੀ ਵੀ ਦੇਰੀ ਕੀਤੇ ਬਿਨਾਂ ਉਹ ਲਹਿੰਗਾ ਉਸ ਨੂੰ ਦੇ ਦਿੱਤਾ। ਉਹ ਖੁਸ਼ੀ-ਖੁਸ਼ੀ ਲਹਿੰਗਾ ਲੈ ਗਈ ਅਤੇ 2 ਘੰਟੇ ਬਾਅਦ ਮੈਨੂੰ ਵਾਪਸ ਕਰ ਗਈ। ਮੈਂ ਉਹ ਲਹਿੰਗਾ ਚੁੱਕ ਕੇ ਇੱਕ ਪਾਸੇ ਰੱਖ ਦਿੱਤਾ। ਮੈਂ ਦੇਖਣਾ ਚਾਹੁੰਦਾ ਸੀ ਕਿ ਅੱਜ ਵੀ ਉਸੇ ਤਰ੍ਹਾਂ ਹੁੰਦਾ ਹੈ ਜਾਂ ਨਹੀਂ। ਅਗਲੇ ਦਿਨ ਉਸੇ ਲਹਿੰਗੇ ਦੇ ਬਹੁਤ ਗ੍ਰਾਹਕ ਆਏ। ਮੈਨੂੰ ਤਾਂ ਹੁਣ ਇਹ ਲੱਗਣ ਲੱਗਾ ਸੀ ਕਿ ਮੇਰੀ ਭੈਣ ਜਦੋਂ ਤੋਂ ਪਾਗਲ ਹੋ ਗਈ ਹੈ, ਕਿਸਮਤ ਦੀ ਧਨੀ ਹੋ ਗਈ ਹੈ। ਸ਼ਾਇਦ ਰੱਬ ਨੇ ਉਸ ਨੂੰ ਪਾਗਲ ਕਰਕੇ ਚੰਗੀ ਕਿਸਮਤ ਦੇ ਦਿੱਤੀ ਹੈ। ਹੁਣ ਰੋਜ਼ ਇਸੇ ਤਰ੍ਹਾਂ ਹੀ ਹੁੰਦਾ। ਮੇਰੀ ਭੈਣ ਆਉਂਦੀ, ਲਹਿੰਗਾ ਲੈ ਜਾਂਦੀ ਅਤੇ ਜਦੋਂ ਵਾਪਸ ਕਰਕੇ ਜਾਂਦੀ ਤਾਂ ਉਸ ਲਹਿੰਗੇ ਦੇ ਭਾਗ ਜਾਗ ਚੁੱਕੇ ਹੁੰਦੇ ਸਨ। ਮੇਰਾ ਕੰਮ ਬਹੁਤ ਵਧੀਆ ਚੱਲ ਗਿਆ ਸੀ। ਮੈਨੂੰ ਆਪਣੇ ਨਾਲ ਹੋਰ ਕਈ ਮੁੰਡੇ ਵੀ ਕੰਮ ਤੇ ਰੱਖਣੇ ਪਏ। ਜ਼ਿੰਦਗੀ ਹੁਣ ਵਧੀਆ ਚੱਲਣ ਲੱਗੀ ਸੀ। ਸਭ ਕੁਝ ਚੰਗਾ ਹੋ ਰਿਹਾ ਸੀ, ਪਰ ਬਹੁਤ ਧਨ ਦੌਲਤ ਅਤੇ ਬੇਟੇ ਦੇ ਕਾਮਯਾਬ ਹੋਣ ਤੋਂ ਬਾਅਦ ਵੀ ਮੇਰੇ ਮਾਂ-ਬਾਪ ਖੁਸ਼ ਨਹੀਂ ਸਨ, ਕਿਉਂਕਿ ਉਹ ਮੇਰੀ ਭੈਣ ਕਰਕੇ ਬਹੁਤ ਪਰੇਸ਼ਾਨ ਰਹਿੰਦੇ ਸਨ। ਪਰੇਸ਼ਾਨ ਤਾਂ ਮੈਂ ਵੀ ਬਹੁਤ ਸੀ, ਪਰ ਮੈਂ ਆਪਣੀ ਮੰਮੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਪਿੰਕੀ ਜਲਦੀ ਠੀਕ ਹੋ ਜਾਵੇਗੀ, ਕਿਉਂਕਿ ਉਸ ਦੀ ਕਿਸਮਤ ਬਹੁਤ ਵਧੀਆ ਹੈ। ਮੰਮੀ ਰੋਣ ਲੱਗੀ ਅਤੇ ਕਹਿਣ ਲੱਗੀ, ਤੂੰ ਮੇਰੇ ਜ਼ਖਮਾਂ ਤੇ ਨਮਕ ਨਾ ਛਿੜਕ। ਜੇਕਰ ਉਸ ਦੀ ਕਿਸਮਤ ਚੰਗੀ ਹੁੰਦੀ ਤਾਂ ਉਸ ਦੇ ਨਾਲ ਇੰਨਾ ਵੱਡਾ ਹਾਦਸਾ ਨਾ ਹੁੰਦਾ। ਮੈਂ ਮੰਮੀ ਨੂੰ ਸਮਝਾਉਣ ਲਈ ਸਾਰੀ ਗੱਲ ਦੱਸੀ ਅਤੇ ਕਿਹਾ, ਮੰਮੀ, ਹਰ ਰੋਜ਼ ਤੁਸੀਂ ਪਿੰਕੀ ਨੂੰ ਦੇਖਦੇ ਹੋ ਨਾ, ਉਹ ਰੋਜ਼ ਨਵਾਂ-ਨਵਾਂ ਲਹਿੰਗਾ ਪਾ ਕੇ ਘਰ ਆਉਂਦੀ ਹੈ। ਜਦੋਂ ਤੋਂ ਉਸਨੇ ਮੇਰੇ ਲਹਿੰਗੇ ਪਾਉਣੇ ਸ਼ੁਰੂ ਕੀਤੇ ਹਨ, ਉਦੋਂ ਤੋਂ ਮੇਰੇ ਲਹਿੰਗੇ ਬਹੁਤ ਮਹਿੰਗੇ ਭਾਅ ਵਿੱਚ ਵਿਕਣ ਲੱਗੇ ਹਨ। ਮੇਰੀ ਗੱਲ ਸੁਣ ਕੇ ਮੰਮੀ ਇੱਕਦਮ ਹੈਰਾਨ ਹੋ ਗਈ ਅਤੇ ਕਹਿਣ ਲੱਗੀ, ਇਹ ਤੂੰ ਕੀ ਕਹਿ ਰਿਹਾ ਹੈ? ਪਿੰਕੀ ਤਾਂ ਇੱਥੇ ਕੋਈ ਲਹਿੰਗਾ ਪਾ ਕੇ ਨਹੀਂ ਆਉਂਦੀ, ਬਲਕਿ ਉਸ ਦੀ ਸਹੇਲੀ ਸੁਮਨ ਉਸ ਨੂੰ 2 ਘੰਟਿਆਂ ਲਈ ਆਪਣੇ ਘਰ ਲੈ ਜਾਂਦੀ ਹੈ ਅਤੇ ਕਹਿੰਦੀ ਹੈ, ਆਂਟੀ, ਮੈਂ ਪਿੰਕੀ ਨੂੰ ਆਪਣੇ ਘਰ ਲਿਜਾ ਕੇ ਪੁਰਾਣੀਆਂ ਗੱਲਾਂ ਯਾਦ ਕਰਵਾਉਂਦੀ ਰਹਿੰਦੀ ਹਾਂ। ਹੋ ਸਕਦਾ ਹੈ ਇਸ ਨਾਲ ਉਹ ਠੀਕ ਹੋ ਜਾਵੇ। ਇਹ ਗੱਲ ਸੁਣ ਕੇ ਮੇਰਾ ਮੱਥਾ ਠਣਕ ਗਿਆ। ਆਖਰ ਇਹ ਸਭ ਕੁਝ ਕੀ ਹੋ ਰਿਹਾ ਸੀ? ਪਿੰਕੀ ਅਜੀਬ ਤਾਂ ਸ਼ੁਰੂ ਤੋਂ ਸੀ, ਪਰ ਜਦੋਂ ਤੋਂ ਉਹ ਪਾਗਲ ਹੋਈ ਸੀ, ਉਦੋਂ ਤੋਂ ਮੇਰੇ ਅਤੇ ਉਸ ਦੇ ਵਿੱਚ ਇੱਕ ਤਰਸ ਦਾ ਰਿਸ਼ਤਾ ਕਾਇਮ ਹੋ ਗਿਆ ਸੀ। ਹੁਣ ਮੈਂ ਸੋਚ ਲਿਆ ਸੀ ਕਿ ਮੈਂ ਇਸ ਰਾਜ ਬਾਰੇ ਪਤਾ ਕਰਕੇ ਹੀ ਰਹਾਂਗਾ। ਮੈਂ ਵਾਪਸ ਆਪਣੀ ਦੁਕਾਨ ਤੇ ਆ ਗਿਆ। ਪਿੰਕੀ ਦਾ ਪਾਇਆ ਹੋਇਆ ਲਹਿੰਗਾ ਇਸ ਤਰ੍ਹਾਂ ਹੀ ਚੁੱਕ ਕੇ ਇੱਕ ਪਾਸੇ ਸੁੱਟ ਦਿੱਤਾ। ਅਗਲੇ ਦਿਨ ਫਿਰ ਉਸੇ ਲਹਿੰਗੇ ਦੇ ਗ੍ਰਾਹਕ ਆਉਣ ਲੱਗੇ। ਇੱਕ ਗ੍ਰਾਹਕ ਨੇ ਉਸ ਲਹਿੰਗੇ ਦੀ ਭਾਰੀ ਕੀਮਤ ਲਗਾਈ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਆਖਰ ਜੋ ਲਹਿੰਗਾ ਮੇਰੀ ਭੈਣ ਪਾਉਂਦੀ ਹੈ ਉਹ ਇੰਨਾ ਮਹਿੰਗਾ ਕਿਉਂ ਵਿਕਦਾ ਹੈ। ਖੈਰ,
ਜਦੋਂ ਮੈਂ ਉਹ ਲਹਿੰਗਾ ਪੈਕ ਕਰਨ ਲੱਗਿਆ ਤਾਂ ਗ੍ਰਾਹਕ ਬੋਲਿਆ, ਭਾਈ ਸਾਹਿਬ ਜਰਾ ਇਸ ਲਹਿੰਗੇ ਤੇ ਪ੍ਰੈਸ ਕਰ ਦਿਓ। ਮੈਂ ਫਟਾਫਟ ਉਹ ਲਹਿੰਗਾ ਉਲਟਾ ਕੀਤਾ ਅਤੇ ਉਸ ਨੂੰ ਪ੍ਰੈਸ ਕਰਨ ਲੱਗਿਆ, ਪਰ ਗ੍ਰਾਹਕ ਨੇ ਮੈਨੂੰ ਇੱਕ ਅਜੀਬ ਜਿਹੀ ਚੀਜ਼ ਦਿਖਾਈ ਜਿਸ ਨੂੰ ਦੇਖ ਕੇ ਮੈਂ ਸੁੰਨ ਰਹਿ ਗਿਆ। ਮੈਂ ਗੁੱਸੇ ਨਾਲ ਭਰਿਆ ਹੋਇਆ ਘਰ ਪਹੁੰਚਿਆ। ਮੈਂ ਮੰਮੀ ਨੂੰ ਪਿੰਕੀ ਬਾਰੇ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਉਹ ਆਪਣੀ ਦਵਾਈ ਖਾ ਕੇ ਸੌਂ ਚੁੱਕੀ ਹੈ। ਮੈਂ ਮੰਮੀ ਦੀ ਗੱਲ ਨੂੰ ਨਜ਼ਰਅੰਦਾਜ਼ ਕਰ ਦਿੱਤਾ ਅਤੇ ਪਿੰਕੀ ਦੇ ਕਮਰੇ ਵਿੱਚ ਚਲਾ ਗਿਆ। ਮੈਂ ਇੱਕ ਝਟਕੇ ਨਾਲ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਦਾ ਨਜ਼ਾਰਾ ਦੇਖ ਕੇ ਮੇਰੇ ਹੋਸ਼ ਉੱਡ ਗਏ, ਕਿਉਂਕਿ ਉਹ ਹਲੇ ਵੀ ਮੇਰੇ ਲਹਿੰਗੇ ਨੂੰ ਲੈ ਕੇ ਬੈਠੀ ਸੀ। ਮੈਂ ਗੁੱਸੇ ਵਿੱਚ ਬੋਲਿਆ, ਪਿੰਕੀ ਅੱਜ ਤੈਨੂੰ ਸੱਚ ਦੱਸਣਾ ਹੀ ਪਵੇਗਾ, ਇਹ ਸਭ ਕੁਝ ਕੀ ਹੋ ਰਿਹਾ ਹੈ। ਉਹ ਉੱਠ ਕੇ ਮੇਰੇ ਕੋਲ ਆਈ ਅਤੇ ਮੇਰੇ ਗਲ ਲੱਗ ਕੇ ਰੋਣ ਲੱਗੀ ਅਤੇ ਕਹਿਣ ਲੱਗੀ, ਵੀਰ ਜੀ, ਜੇਕਰ ਅਸੀਂ ਗਰੀਬ ਘਰ ਵਿੱਚ ਪੈਦਾ ਹੋਏ ਹਾਂ ਤਾਂ ਇਸ ਵਿੱਚ ਸਾਡਾ ਕੀ ਕਸੂਰ ਸੀ। ਸਾਡੇ ਦੋਵੇਂ ਭੈਣ ਭਾਈਆਂ ਵਿੱਚ ਕੁਝ ਕਰ ਗੁਜ਼ਰਨ ਦੀ ਚਾਹਤ ਸੀ, ਇਸ ਲਈ ਤੁਸੀਂ ਆਪਣੇ ਸ਼ੌਂਕ ਦੀ ਖਾਤਰ ਪੜ੍ਹਾਈ ਛੱਡ ਦਿੱਤੀ ਅਤੇ ਦਰਜੀ ਬਣ ਗਏ। ਪਰ ਮੈਨੂੰ ਕਿਸੇ ਨੇ ਵੀ ਮੇਰੇ ਸ਼ੌਂਕ ਬਾਰੇ ਨਹੀਂ ਪੁੱਛਿਆ। ਹਰ ਕੋਈ ਇਹੀ ਚਾਹੁੰਦਾ ਸੀ ਕਿ ਮੈਂ ਪੜ੍ਹ ਲਿਖ ਕੇ ਵੱਡੀ ਅਫਸਰ ਬਣ ਜਾਵਾਂ ਤਾਂ ਜੋ ਘਰ ਦੇ ਹਾਲਾਤ ਬਦਲ ਸਕਾਂ। ਇਹ ਸੱਚ ਹੈ ਕਿ ਸਿੱਖਿਆ ਬਹੁਤ ਵੱਡਾ ਗਹਿਣਾ ਹੈ, ਪਰ ਇਹ ਜ਼ਰੂਰੀ ਨਹੀਂ ਕਿ ਸਿੱਖਿਆ ਤੁਹਾਨੂੰ ਨੌਕਰੀ ਵੀ ਦਿਵਾ ਸਕੇ। ਮੈਂ ਆਪਣੇ ਦਿਲ ਵਿੱਚ ਬਹੁਤ ਵੱਡੇ ਸ਼ੌਂਕ ਪਾਲੇ ਹੋਏ ਸਨ, ਇਸ ਲਈ ਪੜ੍ਹਾਈ ਦੇ ਬਹਾਨੇ ਮੰਮੀ ਪਾਪਾ ਤੋਂ ਬਹੁਤ ਪੈਸੇ ਲੈਂਦੀ ਸੀ, ਪਰ ਮੈਂ ਉਹਨਾਂ ਪੈਸਿਆਂ ਨਾਲ ਕਦੇ ਵੀ ਕਿਤਾਬਾਂ ਨਹੀਂ ਖਰੀਦੀਆਂ। ਮੈਂ ਤਾਂ ਹਮੇਸ਼ਾ ਦੂਜਿਆਂ ਦੀਆਂ ਕਿਤਾਬਾਂ ਲੈ ਕੇ ਪੜ੍ਹਾਈ ਕਰਦੀ ਸੀ। ਰੱਬ ਨੇ ਮੈਨੂੰ ਕਾਮਯਾਬ ਕੀਤਾ। ਮੈਂ ਆਪਣਾ ਇੱਕ ਪੈਸਾ ਜੋੜਿਆ ਅਤੇ ਜਦੋਂ ਮੇਰੇ ਕੋਲ ਬਹੁਤ ਸਾਰੇ ਪੈਸੇ ਇਕੱਠੇ ਹੋ ਗਏ ਤਾਂ ਮੈਂ ਇੱਕ ਮਹਿੰਗਾ ਕੈਮਰਾ ਖਰੀਦ ਲਿਆ। ਮੈਨੂੰ ਫੋਟੋਗ੍ਰਾਫੀ ਦਾ ਬਹੁਤ ਸ਼ੌਂਕ ਸੀ, ਇਸ ਲਈ ਮੈਂ ਕਾਲਜ ਵਿੱਚ ਵੀ ਆਪਣੇ ਕੈਮਰੇ ਨਾਲ ਫੋਟੋ ਖਿੱਚਣ ਵਿੱਚ ਲੱਗੀ ਰਹਿੰਦੀ ਸੀ, ਜਿਸ ਕਰਕੇ ਮੈਂ ਪੜ੍ਹਾਈ ਨਾ ਕਰ ਸਕੀ। ਮੈਨੂੰ ਪੂਰਾ ਯਕੀਨ ਸੀ ਕਿ ਇਸ ਵਾਰ ਮੈਂ ਫੇਲ ਹੋ ਜਾਵਾਂਗੀ, ਇਸ ਲਈ ਮੈਂ ਇੱਕ ਡਰਾਮਾ ਕੀਤਾ ਅਤੇ ਜਾਣਬੁੱਝ ਕੇ ਆਪਣੇ ਆਪ ਨੂੰ ਪੌੜੀਆਂ ਤੋਂ ਗਿਰਾ ਦਿੱਤਾ। ਮੇਰਾ ਇਰਾਦਾ ਤਾਂ ਹੌਲੀ ਜਿਹੇ ਗਿਰਨ ਦਾ ਸੀ, ਪਰ ਮੈਂ ਜ਼ੋਰ ਨਾਲ ਗਿਰ ਗਈ, ਜਿਸ ਨਾਲ ਮੈਨੂੰ ਜ਼ਿਆਦਾ ਸੱਟ ਲੱਗੀ। ਪਰ ਮੈਂ ਬਿਲਕੁਲ ਠੀਕ ਸੀ, ਮੈਂ ਪਾਗਲ ਨਹੀਂ ਹੋਈ ਸੀ। ਮੈਂ ਫੇਲ ਹੋ ਕੇ ਆਪਣੇ ਮਾਂ-ਬਾਪ ਨੂੰ ਦੁੱਖ ਨਹੀਂ ਦੇਣਾ ਚਾਹੁੰਦੀ ਸੀ, ਇਸ ਲਈ ਮੈਂ ਆਪਣੀ ਸਹੇਲੀ ਨੂੰ ਵੀ ਇਸ ਖੇਲ ਵਿੱਚ ਸ਼ਾਮਲ ਕਰ ਲਿਆ। ਉਸ ਦਾ ਭਾਈ ਡਾਕਟਰ ਸੀ। ਉਸਨੇ ਆਪਣੇ ਭਾਈ ਨੂੰ ਮਜਬੂਰ ਕੀਤਾ ਅਤੇ ਉਹ ਵੀ ਸਾਡੇ ਖੇਲ ਵਿੱਚ ਸ਼ਾਮਿਲ ਹੋ ਗਿਆ। ਉਸ ਦਿਨ ਜਦੋਂ ਤੁਸੀਂ ਹਸਪਤਾਲ ਦੇ ਕਮਰੇ ਵਿੱਚ ਆਏ ਸੀ ਤਾਂ ਉਹ ਨਰਸ ਜੋ ਮੇਰੇ ਕਮਰੇ ਵਿੱਚ ਖੜੀ ਸੀ ਮੇਰੀ ਸਹੇਲੀ ਹੀ ਸੀ। ਉਹ ਮੈਨੂੰ ਮੇਰੀ ਫੋਟੋਗ੍ਰਾਫੀ ਵਾਲੀ USB ਦੇਣ ਆਈ ਸੀ। ਮੈਂ ਆਪਣੇ ਫੋਟੋ ਐਡਿਟ ਕਰਕੇ ਫੇਸਬੁੱਕ ਤੇ ਲਗਾਉਣੀ ਸੀ। ਮੈਂ ਹਾਲੇ ਬੇਹੋਸ਼ੀ ਦਾ ਨਾਟਕ ਕੁਝ ਹੋਰ ਦਿਨਾਂ ਲਈ ਕਰਨਾ ਸੀ, ਪਰ ਜਦੋਂ ਤੁਸੀਂ ਮੇਰੀ ਮੁੱਠੀ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਡਰ ਗਈ ਕਿ ਹੁਣ ਤਾਂ ਮੇਰਾ ਰਾਜ਼ ਤੁਹਾਨੂੰ ਪਤਾ ਚੱਲ ਜਾਵੇਗਾ। ਇਸ ਲਈ ਮੈਂ ਲੰਬੇ ਸਾਹ ਲੈਣੇ ਸ਼ੁਰੂ ਕਰ ਦਿੱਤੇ ਅਤੇ ਜਦੋਂ ਤੁਸੀਂ ਡਾਕਟਰ ਨੂੰ ਬੁਲਾਉਣ ਲਈ ਬਾਹਰ ਗਏ ਤਾਂ ਮੈਂ ਉਹ USB ਲੁਕੋ ਦਿੱਤੀ। ਹੁਣ ਮੈਂ ਆਰਾਮ ਕਰਨ ਦੇ ਬਹਾਨੇ ਨਾਲ ਕਮਰੇ ਵਿੱਚ ਚਲੀ ਜਾਂਦੀ ਅਤੇ ਸੋਸ਼ਲ ਮੀਡੀਆ ਯੂਜ਼ ਕਰਦੀ ਰਹਿੰਦੀ ਸੀ। ਮੈਂ ਆਪਣੀ ਫੋਟੋਗ੍ਰਾਫੀ ਦਾ ਇੱਕ ਪੇਜ ਵੀ ਬਣਾਇਆ ਹੋਇਆ ਸੀ। ਉੱਥੇ ਬਹੁਤ ਸਾਰੇ ਲੋਕ ਮੇਰੇ ਨਾਲ ਜੁੜੇ ਹੋਏ ਹਨ। ਮੈਂ ਹਰ ਰੋਜ਼ ਨਵੀਆਂ ਤਸਵੀਰਾਂ ਅਪਲੋਡ ਕਰਦੀ ਤਾਂ ਲੱਖਾਂ ਲਾਈਕ ਮਿਲਦੇ ਅਤੇ ਮੈਂ ਖੁਸ਼ ਹੋ ਜਾਂਦੀ, ਪਰ ਘਰ ਦੇ ਖਰਾਬ ਹਾਲਾਤ ਮੈਨੂੰ ਖੂਨ ਦੇ ਹੰਝੂ ਰਵਾਉਂਦੇ ਸਨ। ਮੈਂ ਇਸ ਬਾਰੇ ਆਪਣੀ ਸਹੇਲੀ ਸੁਮਨ ਨਾਲ ਜ਼ਿਕਰ ਕੀਤਾ ਤਾਂ ਉਹ ਕਹਿਣ ਲੱਗੀ, ਰੱਬ ਨੇ ਤੈਨੂੰ ਜੋ ਹੁਨਰ ਦਿੱਤਾ ਹੈ ਤੂੰ ਉਸ ਦਾ ਫਾਇਦਾ ਆਪਣੇ ਭਾਈ ਨੂੰ ਕਿਉਂ ਨਹੀਂ ਦਿੰਦੀ। ਮੈਂ ਹੈਰਾਨ ਹੋਈ ਅਤੇ ਕਹਿਣ ਲੱਗੀ, ਪਰ ਮੈਂ ਇਹ ਕਿਵੇਂ ਕਰ ਸਕਦੀ ਹਾਂ। ਤਾਂ ਉਸਨੇ ਕਿਹਾ, ਤੂੰ ਇੰਜ ਕਰ, ਆਪਣੇ ਭਾਈ ਤੋਂ ਇੱਕ ਲਹਿੰਗਾ ਲੈ ਕੇ ਆ, ਅੱਗੇ ਮੈਂ ਤੈਨੂੰ ਸਮਝਾ ਦੇਵਾਂਗੀ। ਇਸ ਤਰ੍ਹਾਂ ਮੈਂ ਤੁਹਾਡੇ ਤੋਂ ਇੱਕ ਲਹਿੰਗਾ ਲੈ ਗਈ। ਸੁਮਨ ਮੈਨੂੰ ਆਪਣੇ ਘਰ ਦੇ ਪਿਛਲੇ ਹਿੱਸੇ ਵਿੱਚ ਲੈ ਗਈ। ਉੱਥੇ ਬਹੁਤ ਸਾਰੇ ਦਰਖਤ ਲੱਗੇ ਹੋਏ ਹਨ। ਅਸੀਂ ਤੁਹਾਡਾ ਉਹ ਲਹਿੰਗਾ ਹੈਂਗਰ ਵਿੱਚ ਪਾ ਕੇ ਦਰਖਤ 'ਤੇ ਲਟਕਾ ਕੇ ਬਹੁਤ ਸੋਹਣੀਆਂ ਫੋਟੋਆਂ ਖਿੱਚੀਆਂ। ਫਿਰ ਮੈਂ ਤੁਹਾਡੇ ਲਹਿੰਗੇ ਦੇ ਨੀਚੇ ਇੱਕ ਚਿੱਟ ਲਗਾ ਦਿੱਤੀ ਅਤੇ ਉਸ ਵਿੱਚ ਆਪਣੇ ਪੇਜ ਦਾ ਨਾਮ ਅਤੇ ਕੁਝ ਜ਼ਰੂਰੀ ਗੱਲਾਂ ਲਿਖ ਕੇ ਉਹ ਲਹਿੰਗਾ ਤੁਹਾਨੂੰ ਵਾਪਸ ਕਰ ਦਿੱਤਾ ਅਤੇ ਘਰ ਜਾ ਕੇ ਉਹ ਤਸਵੀਰ ਚੰਗੀ ਤਰ੍ਹਾਂ ਐਡਿਟ ਕਰਕੇ ਆਪਣੇ ਪੇਜ 'ਤੇ ਪਾ ਦਿੱਤੀ। ਲੋਕਾਂ ਨੇ ਉਸ ਲਹਿੰਗੇ ਨੂੰ ਬਹੁਤ ਪਸੰਦ ਕੀਤਾ। ਮੈਂ ਉਸ ਤਸਵੀਰ ਦੇ ਨੀਚੇ ਤੁਹਾਡੀ ਦੁਕਾਨ ਦਾ ਐਡਰੈਸ ਵੀ ਲਿਖ ਦਿੱਤਾ ਸੀ। ਇਸ ਤਰ੍ਹਾਂ ਤੁਹਾਡਾ ਕੰਮ ਚੱਲ ਪਿਆ। ਮੈਂ ਤਾਂ ਪਿੰਕੀ ਦੀਆਂ ਗੱਲਾਂ ਸੁਣ ਕੇ ਹੈਰਾਨ ਰਹਿ ਗਿਆ ਸੀ। ਪਹਿਲਾਂ ਤਾਂ ਮੈਂ ਉਸ ਨੂੰ ਬਹੁਤ ਝਿੜਕਿਆ ਕਿ ਉਸਨੇ ਘਰ ਵਾਲਿਆਂ ਨੂੰ ਇੰਨਾ ਦੁਖੀ ਕਿਉਂ ਕੀਤਾ। ਫਿਰ ਮੈਂ ਉਸ ਨੂੰ ਬਹੁਤ ਸ਼ਾਬਾਸ਼ੀ ਦਿੱਤੀ। ਇਹ ਉਸ ਦਾ ਹੁਨਰ ਅਤੇ ਹੁਸ਼ਿਆਰੀ ਸੀ ਜੋ ਉਸਨੇ ਰਾਤੋਂ ਰਾਤ ਮੇਰੇ ਬਿਜ਼ਨਸ ਨੂੰ ਚਮਕਾ ਦਿੱਤਾ। ਨਹੀਂ ਤਾਂ ਮੈਂ ਵੀ ਪਾਪਾ ਦੀ ਤਰ੍ਹਾਂ 4 ਪੈਸਿਆਂ ਲਈ ਸੂਟ ਸਿਉਂਦਾ ਹੀ ਰਹਿ ਜਾਂਦਾ। ਮੈਂ ਪਿੰਕੀ ਦੇ ਬਾਰੇ ਵਿੱਚ ਮੰਮੀ ਪਾਪਾ ਨੂੰ ਦੱਸਿਆ ਤਾਂ ਮੰਮੀ ਰੋਂਦੀ ਭਗਵਾਨ ਦੇ ਅੱਗੇ ਬੈਠ ਗਈ। ਉਹ ਬਹੁਤ ਖੁਸ਼ ਸੀ ਕਿ ਉਹਨਾਂ ਦੀ ਬੇਟੀ ਠੀਕ ਹੈ।
ਮੈਂ ਪਿੰਕੀ ਦਾ ਕਮਿਸ਼ਨ ਵੀ ਉਸਨੂੰ ਦੇ ਦਿੱਤਾ। ਜ਼ਾਹਿਰ ਹੈ ਕਿ ਉਸਦੀ ਮਿਹਨਤ ਦਾ ਫਲ ਉਸਨੂੰ ਹਰ ਹਾਲ ਵਿੱਚ ਮਿਲਣਾ ਚਾਹੀਦਾ ਸੀ। ਮੈਂ ਆਪਣੀ ਹੀ ਭੈਣ ਨੂੰ ਫੋਟੋਗ੍ਰਾਫਰ ਦੇ ਤੌਰ 'ਤੇ ਆਪਣੇ ਲਹਿੰਗਿਆਂ ਦੀ ਨੁਮਾਇਸ਼ ਕਰਨ ਲਈ ਹਾਇਰ ਕਰ ਲਿਆ ਸੀ। ਹੁਣ ਸਾਡੀ ਦੋਵਾਂ ਦੀ ਮਿਹਨਤ ਸਦਕਾ ਸਾਡੇ ਘਰ ਦੇ ਹਾਲਾਤ ਬਦਲ ਚੁੱਕੇ ਸਨ। ਮੇਰੇ ਲਹਿੰਗੇ ਵਿਦੇਸ਼ਾਂ ਵਿੱਚ ਵੀ ਵਿਕਣ ਲੱਗੇ ਸਨ, ਜਦੋਂ ਕਿ ਪਿੰਕੀ ਨੂੰ ਵੀ ਵੱਡੇ ਵੱਡੇ ਲੋਕ ਆਪਣੇ ਵਿਆਹਾਂ ਵਿੱਚ ਫੋਟੋਗ੍ਰਾਫੀ ਕਰਨ ਲਈ ਬੁਲਾਉਣ ਲੱਗੇ ਸਨ। ਰੱਬ ਦੇ ਆਸ਼ੀਰਵਾਦ ਨਾਲ ਸਭ ਕੁਝ ਠੀਕ ਹੋ ਗਿਆ ਸੀ। ਤਾਂ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਈ ਹੋਵੇਗੀ। ਤੁਹਾਡਾ ਕੀ ਕਹਿਣਾ ਹੈ ਇਸ ਕਹਾਣੀ ਦੇ ਬਾਰੇ ਵਿੱਚ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਕਰ ਦਿਓ ਤੇ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਵਿੱਚ। ਤਦ ਤੱਕ ਲਈ ਧੰਨਵਾਦ।